ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਾਣਾਂਗੇ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀ 13ਵੀਂ ਕਲਾਸ ਬਾਰੇ। ਦੇਵੀ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ। ਬੇਨਤੀ ਹੈ ਕਿ ਪਹਿਲਾਂ ਵਿਚਾਰ ਕਰਦੇ ਹਾਂ ਕਿ ਦੇਵੀ ਦਾ ਕੀ ਅਰਥ ਹੈ, ਫਿਰ ਦੇਵੀ ਗੁਣ ਹੁੰਦੇ ਕੀ ਹਨ, ਕਿਹੜੇ ਕਿਹੜੇ ਪਿਆਰੇ ਦੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਵੇਲੇ ਇਹ ਦੇਵੀ ਗੁਣ ਆਏ, ਇਹ ਗੁਣ ਸਾਡੇ ਵਿੱਚ ਹਨ ਜਾਂ ਨਹੀਂ। ਕਈ ਦੇਵੀ ਦਾ ਅਰਥ ਕਰਦੇ ਹਨ ਦੇਵਤਿਆਂ ਵਾਲੇ ਗੁਣ। ਇੱਥੇ ਦੇਵੀ ਦਾ ਅਰਥ ਦੇਵਤੇ ਨਹੀਂ ਕਰਨਾ। ਦੇਵੀ ਦਾ ਅਰਥ ਦਰਗਾਹੀ ਗੁਣ, ਅਧਿਆਤਮਕ ਗੁਣ, ਉਹ ਗੁਣ ਜਿਹੜੇ ਦਰਗਾਹ ਵਿੱਚ ਜਗਾ ਦਿਵਾਉਂਦੇ ਹਨ। ਸੰਤੋਖ, ਧੀਰਜ, ਦਇਆ, ਨਿਸ਼ਕਾਮਤਾ, ਘੱਟ ਬੋਲਣਾ, ਘੱਟ ਸੌਣਾ, ਇਹ ਦੇਵੀ ਗੁਣ ਹਨ। ਬਰਦਾਸ਼ਤ, ਸਖਤੀ, ਈਰਖਾ ਤੇ ਕੰਟਰੋਲ, ਗੁੱਸੇ ਤੇ ਕੰਟਰੋਲ। ਇਹ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀ 13ਵੀਂ ਕਲਾਸ ਹੈ ਕਿ ਦੇਵੀ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਕਲਾਸ ਬਾਰੇ ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ। ਬਹੁਤ ਧਿਆਨ ਦੇਣਾ। ਬਾਬਾ ਜੀ ਕਹਿੰਦੇ ਸਨ ਕਿ ਸਿੱਖੀ ਨਿਰਾ ਦਿਖਾਵੇ ਦਾ ਨਾਂ ਨਹੀਂ, ਚੋਲੇ ਦਾ ਨਾਂ ਨਹੀਂ, ਪਹਿਰਾਵੇ ਦਾ ਨਾਂ ਨਹੀਂ, ਸਗੋਂ ਸਬਰ, ਸੰਤੋਖ, ਸੱਚ ਤੇ ਦਇਆ ਕਮਾਉਣ ਦਾ ਨਾਂ ਸਿੱਖੀ ਹੈ। ਇਹ ਸਿੱਖੀ ਹੈ ਸੰਤੋਖ ਕਮਾਉਣਾ, ਸੱਚ ਕਮਾਉਣਾ, ਦਇਆ ਕਮਾਉਣੀ, ਸਬਰ ਕਮਾਉਣਾ। ਭਾਈ ਪਿੰਦਰਪਾਲ ਸਿੰਘ ਜੀ ਬਹੁਤ ਗੁਰਮੁਖ ਰੂਹ, ਉਹਨਾਂ ਦਾ ਵੀ ਇੱਕ ਬਚਨ ਹੈ ਜਿਹੜਾ 13ਵੀਂ ਕਲਾਸ ਬਾਰੇ ਮਿਲਦਾ ਹੈ। ਉਹਨਾਂ ਦਾ ਕਿਤਾਬਾਂ ਵਿੱਚ ਬਚਨ ਹੈ ਕਿ ਜਿਹੜਾ ਬੰਦਾ ਦੈਵੀ ਗੁਣ ਇੱਕ ਇੱਕ ਕਰਕੇ ਵੀ ਜ਼ਿੰਦਗੀ ਵਿੱਚ ਲਿਆਈ ਜਾਵੇ ਤੇ ਉਹ ਇੱਕ ਦਿਨ ਗੁਣੀ ਨਿਦਾਨ ਨਾਲ ਮਿਲ ਜਾਂਦਾ ਹੈ। ਇਹ ਇੱਕਦਮ ਨਹੀਂ ਹੁੰਦਾ ਕਿ ਸਬਰ ਵੀ ਆ ਜਾਵੇ, ਸੰਤੋਖ ਵੀ ਆ ਜਾਵੇ, ਘੱਟ ਖਾਣਾ ਵੀ ਆ ਜਾਵੇ, ਘੱਟ ਬੋਲਣਾ ਵੀ ਆ ਜਾਵੇ। ਉਹ ਲਿਖਦੇ ਹਨ ਕਿ ਜਿਹੜੇ ਬੰਦੇ ਦੇ ਜੀਵਨ ਵਿੱਚ ਇੱਕ ਇੱਕ ਕਰਕੇ ਦੇਵੀ ਗੁਣ ਆ ਜਾਣ, ਇੱਕ ਦਿਨ ਉਹ ਗੁਣੀ ਨਿਦਾਨ ਨਾਲ ਮਿਲ ਜਾਂਦਾ ਹੈ। ਕਲਗੀਧਰ ਪਿਤਾ ਜੀ ਦੇ ਵੇਲੇ ਦਾ ਬਚਨ ਹੈ। ਇੱਕ ਵਾਰ ਕਿਸੇ ਨੇ ਮਹਾਰਾਜ ਜੀ ਨੂੰ ਬਹੁਤ ਸੋਹਣਾ ਵਸਤਰ ਦਾ ਸੈੱਟ ਭੇਟ ਕੀਤਾ ਸੀ ਤੇ ਮਹਾਰਾਜ ਜੀ ਨੇ ਪਹਿਨ ਲਿਆ। ਪਹਿਨਣ ਤੋਂ ਅੱਧੇ ਘੰਟੇ ਬਾਅਦ ਹੀ ਮਹਾਰਾਜ ਜੀ ਨੇ ਕਿਸੇ ਲੋੜਵੰਦ ਨੂੰ ਦੇ ਦਿੱਤਾ ਤੇ ਜਿਸ ਨੇ ਮਹਾਰਾਜ ਜੀ ਨੂੰ ਭੇਟਾ ਕੀਤੀ ਸੀ ਉਸ ਨੇ ਗੁੱਸਾ ਕਰ ਲਿਆ। ਮਹਾਰਾਜ ਜੀ, ਮੈਂ ਤੁਹਾਡੇ ਲਈ ਬਣਾਇਆ ਤੇ ਤੁਸੀਂ ਉਸ ਨੂੰ ਦੇ ਦਿੱਤਾ ਹੈ। ਮਹਾਰਾਜ ਜੀ ਕਹਿੰਦੇ, ਕੀ ਮੈਂ ਕੋਈ ਗਲਤ ਕੀਤਾ ਹੈ? ਮਹਾਰਾਜ ਜੀ, ਮੈਂ ਤੁਹਾਡੇ ਲਈ ਬਣਾਇਆ ਹੈ। ਮਹਾਰਾਜ ਜੀ ਕਹਿੰਦੇ, ਤੈਨੂੰ ਤਾਂ ਮੈਂ ਡਬਲ ਖੁਸ਼ੀ ਦਿੱਤੀ ਹੈ। ਤੂੰ ਸਾਨੂੰ ਵਸਤਰਾਂ ਦੀ ਭੇਟਾ ਦਿੱਤੀ। ਪਹਿਲੀ ਖੁਸ਼ੀ ਤੇਰੇ ਤੇ ਇਹ ਹੈ ਤੇ ਦੂਸਰੀ ਖੁਸ਼ੀ ਇਹ ਹੈ ਕਿ ਜਿਸ ਲੋੜਵੰਦ ਨੂੰ ਅਸੀਂ ਇਹ ਵਸਤਰ ਭੇਟ ਕੀਤੇ ਹਨ ਉਸ ਦੀ ਵੀ ਖੁਸ਼ੀ ਤੈਨੂੰ ਮਿਲ ਗਈ। ਗੱਲ ਸੂਝੀ ਦੀ ਹੈ। ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਵੀ ਕਾਲ ਪਿਆ ਸੀ। ਆਪਣੇ ਤੇ ਹੋਸ਼ ਵਿੱਚ ਆ ਤਾਂ ਬਹੁਤ ਵੱਡੀ ਵਿਪਤਾ 84 ਦੀ ਆਈ ਹੈ। ਇਸ ਤੋਂ ਪਹਿਲਾਂ ਹਿੰਦੁਸਤਾਨ ਪਾਕਿਸਤਾਨ ਬਣਨ ਵੇਲੇ ਵੀ ਵੱਡੀ ਪ੍ਰਾਬਲਮ ਹੋਈ ਸੀ। ਇੱਕ ਵਾਰੀ ਗੁਰੂ ਅਰਜਨ ਦੇਵ ਜੀ ਵੇਲੇ ਪਲੇਗ ਦੀ ਬਿਮਾਰੀ ਫੈਲ ਗਈ। ਕਈ ਵਾਰ ਕੁਦਰਤ ਵੱਲੋਂ ਐਸਾ ਸਮਾਂ ਆ ਜਾਂਦਾ ਹੈ। ਭਾਈ ਸੈਲਾ ਜੀ ਵੇਲੇ ਕਾਲ ਪੈ ਗਿਆ। ਕਈ ਮਹੀਨੇ ਮੀਂਹ ਨਹੀਂ ਪਿਆ। ਭਾਈ ਸੈਲਾ ਜੀ ਆਪਣੀ ਵਹੁਟੀ ਨੂੰ ਕਹਿੰਦੇ, ਭਾਗਾਂ ਵਾਲੀਏ, ਸਿੱਖੀ ਕਮਾਉਣ ਦਾ ਵੇਲਾ ਆ ਗਿਆ ਹੈ। ਇਹ ਦੇਵੀ ਗੁਣ ਹੈ। ਸਿੱਖੀ ਕਮਾਉਣ ਦਾ ਵੇਲਾ ਕਹਿਣ ਲੱਗੀ। ਮੈਂ ਸਮਝੀ ਨਹੀਂ। ਕਹਿਣ ਲੱਗੇ, ਮੂੰਹ ਨਾ ਰੱਖੀਂ, ਪਕੜ ਨਾ ਰੱਖੀਂ। ਮੇਰੇ ਦਾਣੇ ਭਰੇ ਕੋਠੇ
ਹੁਣ ਮੇਰੇ ਨਾ ਕਹੀਂ। ਲੰਗਰ ਲਗਾ ਦਿੱਤਾ, ਜਿਸ ਨੂੰ ਅੰਨ ਨਹੀਂ ਮਿਲਦਾ, ਭੋਜਨ ਨਹੀਂ ਮਿਲਦਾ, ਉਹ ਇੱਥੋਂ ਆ ਕੇ ਲੰਗਰ ਛਕੇ। ਇਹ ਦੇਵੀ ਗੁਣ ਹੈ। ਇੱਕ ਵਾਰ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਜੀ ਨੂੰ ਇਹ ਸਵਾਲ ਕੀਤਾ ਸੀ ਕਿ ਇੰਨੀ ਸੰਗਤ ਬਾਹਰੋਂ ਆਪ ਜੀ ਦੇ ਦਰਸ਼ਨ ਕਰਨ ਆਉਂਦੀ ਹੈ, ਬਹੁਤ ਮਾਇਆਵੀ ਭੇਟ ਕਰਦੀ ਹੈ ਤੇ ਵਿੱਚ ਔਰਤਾਂ ਵੀ ਹੁੰਦੀਆਂ ਹਨ, ਤੇ ਆਪ ਜੀ ਦਾ ਮਨ ਕਾਬੂ ਵਿੱਚ ਕਿਵੇਂ ਰਹਿੰਦਾ ਹੈ? ਇਹ ਜਹਾਂਗੀਰ ਨੇ ਛੇਵੇਂ ਪਾਤਸ਼ਾਹ ਜੀ ਨੂੰ ਪੁੱਛਿਆ। ਅੱਗੋਂ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਹਾਂਗੀਰ, ਸਾਡਾ ਮਨ ਤਾਂ ਨਹੀਂ ਡੋਲਦਾ। ਅਸੀਂ ਦੋ ਦੇਵੀ ਗੁਣ ਹਰ ਵੇਲੇ ਨਾਲ ਰੱਖਦੇ ਹਾਂ। ਜਹਾਂਗੀਰ ਕਹਿਣ ਲੱਗਾ, ਉਹ ਕਿਹੜੇ ਪਾਤਸ਼ਾਹ ਕਹਿੰਦੇ? ਪਹਿਲਾ ਦੇਵੀ ਗੁਣ ਅਸੀਂ ਮੌਤ ਨੂੰ ਹਰ ਵੇਲੇ ਯਾਦ ਰੱਖਦੇ ਹਾਂ। ਬਹੁਤ ਧਿਆਨ ਦੇਣਾ ਬਹੁਤ ਵੱਡੀ ਗੱਲ ਹੈ। ਕਈ ਵਾਰ ਆਪਣੀ ਪ੍ਰਭੂਸ਼ਤਾ ਵਿੱਚ ਇਹ ਚੀਜ਼ ਯਾਦ ਰੱਖਣੀ ਕਿ ਸਭ ਕੁਝ ਬਿਨਸਨਹਾਰ ਹੈ, ਬੰਦਾ ਭੁੱਲ ਜਾਂਦਾ ਹੈ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਅਸੀਂ ਮੌਤ ਨੂੰ ਯਾਦ ਰੱਖਦੇ ਹਾਂ। ਉਸਨੂੰ ਉਸ ਦੀ ਬੋਲੀ ਵਿੱਚ ਸਮਝਾਉਣਾ ਸੀ। ਕਹਿਣ ਲੱਗੇ, ਦੂਜਾ ਅੱਲਾ ਨੂੰ ਯਾਦ ਰੱਖਦੇ ਹਾਂ, ਨਾਲੇ ਮੌਤ ਨੂੰ। ਇਹ ਦੋ ਦੇਵੀ ਗੁਣ ਸਾਡੇ ਮਨ ਨੂੰ ਆਪੇ ਹੀ ਕਾਬੂ ਵਿੱਚ ਰੱਖਦੇ ਹਨ। ਛੇਵੇਂ ਪਾਤਸ਼ਾਹ ਜੀ ਆਪ ਅਕਾਲ ਪੁਰਖ ਹੋਂ, ਪਰ ਸਾਨੂੰ ਸਮਝਾਉਣ ਲਈ ਬਚਨ ਕਰਦੇ ਹਨ ਕਿ ਇਹ ਦੋ ਦੇਵੀ ਗੁਣ ਸਾਡੇ ਮਨ ਨੂੰ ਕਾਬੂ 'ਚ ਰੱਖਦੇ ਹਨ। ਇਹ 13ਵੀਂ ਕਲਾਸ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀ ਦੇਵੀ ਗੁਣ ਆਉਣੇ ਸ਼ੁਰੂ ਹੋ ਜਾਂਦੇ ਹਨ। ਇਹ ਅਰਦਾਸ ਕਰੋ ਕਿ ਹੇ ਵਾਹਿਗੁਰੂ, ਸਾਨੂੰ ਵੀ ਸਤ ਸੰਗਤ ਬਖਸ਼ ਦਿਓ ਜਿੱਥੋਂ ਇਹ ਕਲਾਸਾਂ ਮਿਲਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।